can see how happy she is. Okay, I'm not going to introduce you. let's go for it. हाँ जी. वैसे almost तो सब मैं जानती हूँ. Almost जानते हैं. हाँ कुछ सारे new faces आ वो हले just मैंने मिले या फिर नहीं तो उन्होंने पता लग गया है. तो actually आज का दिन मेरे लिए बहुत ज़्यादा special है. ये just because of my mentors and my friends. इन्ना सारे ने इन्ना appreciate किया. Even चाहे मैं 2 बार Let me interrupt you. Where is your voice? Why are you nervous? nervous You used to speak, loud. और मैं कितना लाऊं सर. You really want? ये feeling से ही थोड़ी ऐसी आती है. Go ahead. तो फिर पंजाबी से बोलांगे. मैं go ahead जैसे बोल रहा हूँ. ਤੇ ਐਕਚੁਅਲੀ ਜਿੱਦਾਂ ਸਟਾਰਟਿੰਗ 'ਚ ਮੈਂ 2-3 ਅਟੈਂਪਟ ਲਏ ਮਤਲਬ ਇੱਕ ਮੋਡਿਊਲ ਦੇ ਵਿੱਚ ਰਹਿ ਜਾਂਦੀ ਸੀਗੀ. ਕਿਤੇ ਨਾ ਕਿਤੇ ਮੈਂ ਬਹੁਤ ਡੀਮੋਟੀਵੇਟ ਹੋ ਗਈ ਸੀਗੀ ਕਿ ਨਹੀਂ ਕਰਨਾ. ਬਟ ਮੇਰੇ ਮੈਂਟਰਸ ਨੇ ਮੇਰੇ ਜਿਹੜੇ ਫਰੈਂਡਸ ਆ ਮੈਨੂੰ ਇੰਨਾ ਇਨਕਰੇਜ ਕੀਤਾ ਕਿ ਨਹੀਂ ਤੁਸੀਂ ਕਰ ਸਕਦੇ ਹੋ. ਤੇ ਅੱਜ ਸੀਰੀਅਸਲੀ ਆ ਚੀਜ਼ ਨੇ ਮੈਨੂੰ ਬਹੁਤ ਜ਼ਿਆਦਾ ਬੂਸਟ ਅਪ ਕੀਤਾ. ਤੇ ਇੱਕ ਸਭ ਤੋਂ ਪਹਿਲਾਂ ਆਪਣੇ ਸਰਸ ਲਈ ਬਹੁਤ ਹੀ ਜ਼ਿਆਦਾ ਉਹਨਾਂ ਲਈ ਬਹੁਤ ਹੀ ਥੈਂਕਫੁਲ ਫੀਲ ਕਰਦੀ ਹਾਂ ਕਿਉਂਕਿ ਇਹਨਾਂ ਨੇ ਨਾ ਸਿਰਫ ਮੇਰੇ ਐਜ਼ ਅ ਬ੍ਰਦਰ ਦੀ ਤਰ੍ਹਾਂ ਮੈਨੂੰ ਮਤਲਬ ਹਮੇਸ਼ਾ ਪੁਸ਼ ਅਪ ਕੀਤਾ. ਇੱਕ ਮੈਂ ਸੱਚੀ ਸੀਰੀਅਸਲੀ ਇੱਕ ਦਿਨ ਮੈਂ ਇਹਨਾਂ ਨੂੰ ਮੈਸੇਜ ਕੀਤਾ. ਮੈਂ ਇਹਨਾਂ ਨੂੰ ਕਿਹਾ ਕਿ ਸਰ ਮੇਰੀ ਲਾਈਫ 'ਚ ਨਾ ਤੁਸੀਂ ਥਰਡ ਨੰਬਰ ਤੇ ਆ ਹੀਰੋ ਦੀ ਲਿਸਟ 'ਚ. बॉलीवुड वाला सुनने हो ना साइन करता सर नहीं सर मैं अपनी लाइफ से ना मतलब उस बंदे ਨੂੰ ਹਮੇਸ਼ਾ ਇੱਕ ਰੈਂਕ ਦਿੰਦੀ ਆ ਜੋ ਹਮੇਸ਼ਾ ਮੈਨੂੰ ਹਮੇਸ਼ਾ ਐਨਕਰੇਜ ਕਰਦਾ ਮੇਰੇ ਲਈ ਪੋਜ਼ਿਟਿਵ ਵਾਈਬਸ ਰੱਖਦਾ ਤੇ ਕਦੇ ਵੀ ਮੇਰੀ ਸਕਸੈਸ ਤੋਂ ਇਹ ਨਹੀਂ ਫੀਲ ਕਰਦਾ ਕਿ ਨਹੀਂ ਇਹਨੂੰ ਪਿੱਛੇ ਕਰਨਾ ਚਾਹੀਦਾ, ਇਹਨੂੰ ਇੰਨਾ ਨਹੀਂ ਗਰੋ ਕਰਨਾ ਚਾਹੀਦਾ. ਜੋ ਮੈਨੂੰ ਪੁਸ਼ਅਪ ਕਰਦਾ ਮੈਂ ਹਮੇਸ਼ਾ ਉਹਨੂੰ ਆਪਣੀ ਜ਼ਿੰਦਗੀ 'ਚ ਕੋਈ ਨਾ ਕੋਈ ਇੱਕ ਜਗ੍ਹਾ ਦਿੰਦੀ ਹਾਂ. ਤੇ ਮੈਂ ਤੁਹਾਨੂੰ ਵੀ ਉਸ ਦਿਨ ਦੱਸਿਆ ਕਿ ਮੇਰੇ ਲਈ ਤੁਸੀਂ ਬਹੁਤ ਸਪੈਸ਼ਲ ਹੋ. ਤੇ ਈਵਨ ਮੇਰੇ ਫਾਦਰ ਮੇਰੇ ਲਈ ਪਹਿਲੇ ਪਲੇਸ ਤੇ ਆ, ਉਸ ਤੋਂ ਬਾਅਦ ਮੇਰਾ ਬ੍ਰਦਰ ਆ, ਫਿਰ ਤੁਸੀਂ ਹੋ. ਬਟ शायद ਤੇ ਆਵੇ ਉਹ ਹੁਣ ਪਤਾ ਨਹੀਂ ਫਿਊਚਰ ਕਿੱਦਾਂ ਦਾ ਮਿਲੇਗਾ. पर उन क्या तेरी चौथे नंबर पे ਚਲੋ ਹੋਪ ਸੋ ਇੱਦਾਂ ਦਾ ਹੋਵੇ, ਵਧੀਆ ਜਾ ਹੋਵੇ. ਤੇ ਹੋਰ ਮੈਮ ਵੀ ਬਹੁਤ ਸਾਰੀ ਫੈਮਿਲੀ ਵਾਂਗੂ ਇੰਨੇ ਵਧੀਆ ਮਤਲਬ ਈਵਨ ਇੱਥੇ ਇੱਕ ਸਿੰਗਲ ਬੱਚੇ ਤੋਂ ਮੈਨੂੰ ਸਿੱਖਣ ਤੋਂ ਮਿਲਿਆ. ਤੇ ਐਕਚੁਅਲੀ ਮੇਰਾ ਜਿਹੜਾ ਨੇਚਰ ਆ ਉਹ ਤੁਹਾਨੂੰ ਸਾਰਿਆਂ ਪਤਾ ਮੈਂ ਕਿੰਨੀ ਜੋਲੀ ਨੇਚਰ ਦੀ ਆ ਤੇ ਬਹੁਤ ਘੱਟ ਹੀ ਸੀਰੀਅਸ ਰਹਿੰਦੀ ਆ. ਬਟ ਜਦੋਂ ਮੇਰੇ ਨਾਲ ਇੱਦਾਂ 2-3 ਵਾਰ ਹੋਇਆ ਤੇ ਕਿਤੇ ਨਾ ਕਿਤੇ ਚਲੋ ਮੈਨੂੰ ਅੰਦਰੋਂ ਪੇਨ ਸੀਗੀ. ਬਟ ਕਈਆਂ ਨੂੰ ਇੱਦਾਂ ਲੱਗਦਾ ਸੀ ਕਿ ਨਹੀਂ ਇਹ ਨਹੀਂ ਸੀਰੀਅਸ ਆ. ਬਟ ਕਈ ਵਾਰ ਜਦੋਂ ਘਰ ਦੇ ਵੀ ਬੋਲ ਦਿੰਦੇ ਸੀਗੇ ਤਾਂ ਕਿਤੇ ਨਾ ਕਿਤੇ ਫੀਲ ਹੁੰਦਾ ਕਿ ਮੈਂ ਉਹਨਾਂ ਨੂੰ ਜੋ ਚਾਹੁੰਦੇ ਮੇਰੇ ਤੋਂ ਐਕਸਪੈਕਟ ਕਰਦੇ ਨਹੀਂ ਦੇ ਪਾ ਰਹੀ ਹਾਂ. ਬਟ ਸੱਚੀ ਸੀਰੀਅਸਲੀ ਟੁਡੇ ਆਈ ਐਮ ਸੋ ਹੈਪੀ. मैं अपनी खुशी ਦਾ ਦੇ ਕੇ ਮੈਂ ਸੱਚੀ 10ਵੀਂ ਸਾਲ ਮੇਰਾ ਦਿਲ ਕਰਦਾ ਕਿ ਢੋਲ ਵੱਜੇ ਮੈਂ ਭੰਗੜਾ ਪਾਵਾਂ. और सच्ची मैं ਤੁਹਾਡਾ ਦਿਲੋਂ ਬਹੁਤ ਹੀ ਜ਼ਿਆਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਸੀਰੀਅਸਲੀ. ਅਗਰ ਤੁਸੀਂ ਮੈਨੂੰ ਅਲਾਉ ਕਰੋ ਤਾਂ ਮੈਂ ਤੁਹਾਡੇ ਫੀਟ ਟੱਚ ਕਰ ਲਾਂ. ਮੈਂ ਉਸ ਟਾਈਮ ਵੀ ਤੁਹਾਨੂੰ ਕਿਹਾ ਸੀ ਮੈਂ ਕਿਉਂਕਿ ਸਰ ਮੈਂ ਮੇਰੇ ਲਈ ਤਾਂ ਗੁਰੂ ਹੋ ਤੁਸੀਂ. ਭੈਣਾਂ ਦੀਆਂ ਜਗ੍ਹਾ ਇੱਥੇ ਹੁੰਦੀਆਂ ਠੀਕ ਹੈ ਦਿਲ 'ਚ. ਤੇ ਸੱਚੀ ਮੈਂ ਬਹੁਤ ਜ਼ਿਆਦਾ ਖੁਸ਼ ਹਾਂ. ਔਰ ਮੈਂ ਕੀ ਬੋਲੂੰ ਮੈਨੂੰ ਸਮਝ ਨਹੀਂ ਆ ਰਿਹਾ ਹਲੇ. ਬਟ ਸੱਚੀ ਮੈਂ ਇਹ ਕਹੂੰਗੀ ਅਗਰ ਤੁਹਾਡੇ ਨਾਲ ਵੀ ਤਾਂ ਉਹ ਤਾਂ ਬਹੁਤ ਲੱਕੀ ਹੁੰਦੇ ਜਿਨ੍ਹਾਂ ਫਸਟ ਟਾਈਮ 'ਚ ਹੋ ਜਾਂਦਾ ਹੈ. ਅਗਰ ਨਹੀਂ ਨਾ ਵੀ ਹੁੰਦਾ ਹੈ ਤਾਂ ਤੁਸੀਂ ਇਹ ਨਾ ਕਹੋ ਕਿ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਇੱਕ ਰਾਈਟ ਟਾਈਮ ਹੁੰਦਾ ਆ ਜਦੋਂ ਤੁਹਾਡੇ ਰੱਬ ਨੇ ਲੇਖਾਂ 'ਚ ਲਿਖਿਆ ਹੈ ਜੋ ਚੀਜ਼ ਉਹਨਾਂ ਨੂੰ ਗੋਡ ਨੂੰ ਬੈਟਰ ਪਤਾ ਹੁੰਦੀ ਆ ਕਿ ਤੁਹਾਡੇ ਲਈ ਆਹ ਰਾਈਟ ਟਾਈਮ ਉਹਨਾਂ ਨੇ ਉਹ ਚੀਜ਼ ਕਰ ਹੀ ਦੇਣਾ. ਤਾਂ ਚਾਹੇ ਮੈਨੂੰ ਇੰਨਾ ਲੇਟ ਮੈਂ ਹੋਈ ਬਟ ਮੈਂ ਬਹੁਤ ਖੁਸ਼ ਹਾਂ ਕਿ ਰੱਬ ਨੇ ਕੁਝ ਦੇਖ ਕੇ ਹੀ ਇਹਨੂੰ ਕੀਤਾ. ਉਹ ਕਿਸੇ ਨੇ ਅੱਖਾਂ ਭਰ ਲਈ ਮੈਂ ਪੇਕੇ ਨਹੀਂ ਜਾ ਰਹੀ सॉरी जैस्मिन कितना करा कर हाँ जी फिर जानते रोड नहीं है. चलो let's be little serious. We know you are very emotional, you are very happy. We have been waiting कि भाई ये चीज़ हो जाए. Finally it is done. There's a lot to do after this. But ਸਾਨੂੰ ਸਾਰਿਆਂ ਨੂੰ ਪਤਾ ਤੇਰੀ ਜਰਨੀ ਕਿੱਦਾਂ ਵਾ ਠੀਕ ਹੈ ਕਿੱਦਾਂ ਦੀ ਰਹੀ ਹੈ ਇੱਥੇ. We had a very good times. I really want you to advise those ਜਿਹੜੇ
ਹਲਕੀ ਜੀ ਫੇਲਿਅਰ ਤੇ ਥੋੜਾ ਜਿਹਾ ਘਬਰਾ ਜਾਂਦੇ ਮੇਰੇ ਵਰਗੇ, ਜਾਂ ਜਿਹੜੇ ਮਿਹਨਤ ਕਰਦੇ ਪਏ ਪਰ ਉਹ ਚੀਜ਼ ਦਾ ਰਿਜ਼ਲਟ ਨਹੀਂ ਆਉਂਦਾ ਪਿਆ। ਹਾਊ ਡਿਡ ਯੂ ਮੈਨੇਜ ਐਵਰੀਥਿੰਗ? ਸਿਰਫ ਐਕਚੁਅਲੀ ਨਾ ਮੈਂ ਵੀ ਕਹਾਂ ਕਿ ਇਹ ਚੀਜ਼ ਮੈਂ ਮੈਨੇਜ ਤੁਹਾਡੇ ਸਾਰਿਆਂ ਦੇ ਕਰਕੇ ਕੀਤੀ, ਕਿਉਂਕਿ ਮੇਰੇ ਪੈਰੈਂਟਸ ਉਹਨਾਂ ਨੇ ਮੈਨੂੰ ਬਹੁਤ ਪੁਸ਼ ਕੀਤਾ। ਜੋ ਲਾਸਟ ਟਾਈਮ ਮੇਰੇ ਨਾਲ ਜਦੋਂ ਇਦਾਂ ਹੋਇਆ, ਫਿਰ ਉਹੀ ਸੇਮ ਦੀ ਰਿਜ਼ਲਟ ਰਿਹਾ, ਤਾਂ ਮੈਂ ਕਿਹਾ ਨਹੀਂ ਕਰਨਾ। ਤੇ ਮੇਰੇ ਫਾਦਰ ਨੇ ਇੰਨਾ ਮੈਨੂੰ ਕਿਹਾ, ਕਿ ਮੇਰੇ ਦੀ ਆਏ ਸੀ, ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ ਅਸੀਂ ਜਦ ਹਾਰ ਨਹੀਂ ਮੰਨਦੇ ਪਏ, ਤੂੰ ਕਿਉਂ ਮਾਰ ਕਰਦੀ ਪਈ ਪਿੱਛੇ ਕਿਉਂ। ਫਿਰ ਮੈਂ ਉਸ ਟਾਈਮ ਮੈਂ ਕਿਹਾ ਚਲੋ ਨਹੀਂ, ਫਿਰ ਮੈਂ ਤੁਹਾਨੂੰ ਕਾਲ ਕੀਤੀ, ਫਿਰ ਤੁਸੀਂ ਜਦੋਂ ਮੈਨੂੰ ਐਪਰੀਸ਼ੀਏਟ ਕੀਤਾ ਕਿ ਨਹੀਂ ਕਿਰਨ ਬਹੁਤ ਵਧੀਆ ਡਿਸੀਜ਼ਨ ਲਿਆ, ਤੂੰ ਆ ਇੱਦਾਂ ਕਰ। ਤੇ ਫਿਰ ਮਤਲਬ ਇਹ ਸਭ ਤੁਹਾਡੇ ਸਾਰਿਆਂ ਦੇ ਕਰਕੇ ਹੀ ਆ, ਕਿਉਂਕਿ ਸੱਚੀ ਮੈਂ ਲੋਸਟ ਕਰ ਦਿੱਤੀ ਸੀ ਹੋਪ ਕਿ ਮੈਂ ਕਰਨਾ ਹੈ ਕਿ ਨਹੀਂ ਮੈਂ ਨਹੀਂ ਕਰਨਾ, ਕਿਉਂਕਿ ਮੈਨੂੰ ਇਹ ਸੀ ਦਿਮਾਗ 'ਚ ਬੈਠ ਗਿਆ ਮੈਂ ਜਿੰਨੀ ਇੰਨਾ ਮੈਂ ਲਗਾਉਂਦੀ ਪਈ ਐਫਰਟ ਤਦ ਵੀ ਨਹੀਂ ਹੋ ਰਿਹਾ, ਬਟ ਰੱਬ ਸ਼ਾਇਦ ਮੈਨੂੰ ਇਸ ਚੀਜ਼ ਲਈ ਪ੍ਰਿਪੇਅਰ ਕਰਦਾ ਸੀਗਾ ਕਿ ਉਸ ਲੈਵਲ ਤੱਕ ਮੈਂ ਪਹੁੰਚ ਜਾਵਾਂ, ਕਿਉਂਕਿ ਅੱਗੇ ਜਾਊਂਗੀ ਮੈਨੂੰ ਬਹੁਤ ਸਾਰੇ ਆਬਸਟੈਕਲਸ ਫੇਸ ਕਰਨੀਆਂ ਲਾਈਫ 'ਚ। ਅਗਰ ਮੈਂ ਹੁਣ ਹੀ ਆਪਣਾ ਇੰਨਾ ਪੋਟੈਂਸ਼ੀਅਲ ਬਣਾ ਲੈਂਦੀ ਹਾਂ ਤਾਂ ਇਨ ਫਿਊਚਰ ਆਈ ਐਮ ਕੈਪੇਬਲ ਟੂ tackle any problem. So I'm very grateful and to get such wonderful souls like you. So seriously sir, I'm very thankful. Sir, come to the point to मेरे केस ना गया। हाँ जी, go ahead। मतलब किरण मैं ਜਿਹੜੀ ਗੱਲ ਇਸ ਕਰਕੇ ਪੁੱਛਦਾ ਮੈਂ, ਕਿਸੇ ਵੇਲੇ ਆਪਾਂ ਨਾ ਫੇਲਿਅਰ ਤੋਂ ਸੱਚੀ ਗੱਲ ਨਹੀਂ, ਇੱਕ ਵਾਰੀ ਕਰਨੀ ਸੀ ਡਨ, we are done। ਸੈਕਿੰਡ ਟਾਈਮ ਥਰਡ ਟਾਈਮ ਫਿਰ ਉਹ ਚੀਜ਼ਾਂ ਕਰਕੇ ਬੰਦਾ ਬੋਰ ਵੀ ਹੋ ਜਾਂਦਾ। ਸਰ ਬੋਰ ਤਾਂ ਹੁੰਦਾ, ਬਟ ਸਰ ਹਰ ਟਾਈਮ ਜਦੋਂ ਮੈਂ ਜਿੰਨੀ ਵਾਰ ਕੀਤੀ ਮੈਨੂੰ ਆਪਣੀ ਲੈਕਨੈਸ ਪਤਾ ਲੱਗੀ ਕਿੱਥੇ ਮੈਂ ਕਮੀ ਸੀ ਮੇਰੀ, ਤੇ ਮੈਂ ਹਰ ਕੁਝ ਨਾ ਕੁਝ ਪ੍ਰੋਗਰੈਸ ਜ਼ਰੂਰ ਹੁੰਦੀ ਆ। ਇਹ ਨਹੀਂ ਕਹੋ ਤੁਸੀਂ ਹੁਣ, ਪਰ ਇੱਕ ਗੱਲ ਆ ਮੈਂ ਸ਼ੋਰ ਕਿ ਅਗਰ ਮੈਂ ਬਾਹਰ ਚਲੀ ਗਈ ਤਾਂ ਮੈਨੂੰ ਕਿਸੇ ਦੇ ਅੰਦਰ ਕਿਸੇ ਇੰਸਟੀਟਿਊਟ ਦੇ ਅੰਦਰ ਮੈਨੂੰ ਇੰਨੀ ਕਲਾਸਿਸ ਲੈਣ ਦੀ ਲੋੜ ਨਹੀਂ, ਕਿਉਂਕਿ ਮੇਰੀ ਗ੍ਰਾਮਰ ਇੰਨੀ ਹੈ ਚੰਗੀ, ਮੈਨੂੰ ਇੰਨੇ ਸਾਰੇ ਇੰਨਾ ਕੁਝ ਪਤਾ, ਇੰਨੀ ਸ਼ਾਰਪ ਸਰ ਕੁਝ ਮੈਨੂੰ ਜ਼ਰੂਰਤ ਹੀ ਨਹੀਂ ਆ। ਤੇ ਤੁਸੀਂ ਵੀ ਇਹ ਨਾ ਕਹੀਓ ਕਿ ਅਗਰ ਤੁਹਾਡਾ ਫਸਟ ਅਟੈਂਪਟ 'ਚ ਨਹੀਂ ਹੁੰਦਾ ਕਿ ਤੁਸੀਂ ਇੱਦਾਂ ਡੀਮੋਟੀਵੇਟ ਹੋ ਜਾਓ, ਇੱਦਾਂ ਨਹੀਂ ਹੋਣਾ। ਤੇ ਤੁਸੀਂ ਆਪਣੇ ਆਪ ਨੂੰ ਮਤਲਬ ਕੰਟੀਨਿਊ ਅਗਰ ਤੁਸੀਂ ਚੁਣਿਆ ਕਿ ਜਾਣਾ ਹੀ ਹੈ ਤਾਂ ਫਿਰ ਬਸ ਇੱਕ ਚੀਜ਼ ਕਿਰਨ, ਜਿੱਦਾਂ ਹੁਣ ਸਮ ਆਫ them are 10+2, ਠੀਕ ਹੈ, ਹੁਣੀ ਉਹਨਾਂ ਨੇ ਕੀਤੀ ਹੈ ਜਾਂ ਕਰਦੇ ਪਏ ਆ, some are graduate, some are master। what is your advice? like अगर +2 ਦਾ ਕੰਪੈਰੀਜ਼ਨ ਗ੍ਰੈਜੂਏਟ ਨਾ, ਫਿਰ ਕੁਝ ਇੱਕ ਚੀਜ਼ ਆਈ ਕਿ ਮੈਂ ਮਾਸਟਰ ਕੀਤੀ ਹੋਈ ਆ, ਦੇਖੋ ਕੋਈ ਨਹੀਂ ਲੋਕੀ ਮੈਨੂੰ ਕਹਿਣਗੇ ਮੈਂ ਨਲਾਇਕ ਆ ਜਾਂ ਕਿੱਦਾਂ। ਨਹੀਂ ਸਰ, ਇਹ ਚੀਜ਼ ਬਿਲਕੁਲ ਨਹੀਂ ਆ। ਤੁਸੀਂ ਕਹਿੰਦੇ ਨਾ ਜਿੰਨੀ ਮਿਹਨਤ ਪਾਉਂਗੇ ਫਲ ਉਨਾ ਮਿੱਠਾ ਮਿਲੂਗਾ। ਤੇ ਐਕਚੁਅਲੀ ਜਦੋਂ ਮੈਂ ਪਹਿਲਾਂ ਕਰਦੀ ਸੀ ਮੇਰੀ ਲਿਸਨਿੰਗ ਤੇ ਤੁਹਾਨੂੰ ਬੋਲ ਦਿੰਦੀ ਸਰ ਮੈਂ 6 ਤੋਂ ਵੱਧਦੇ ਨਹੀਂ, ਫਿਰ ਤੁਸੀਂ ਮੈਨੂੰ ਕਿਹਾ ਕਿ ਰਾਈਟ ਕਰ, ਲਿਸਨ ਕਰ ਜ਼ਿਆਦਾ ਤੋਂ ਜ਼ਿਆਦਾ, ਫਿਰ ਉਹਦੇ ਕਰਕੇ ਕੀਤਾ। ਹੁਣ ਦੇਖੋ ਮੇਰੇ 7 ਆਏ ਨਾ। ਐਕਚੁਅਲੀ ਇਹੀ ਹੈ ਕਿ ਆਪਾਂ ਜਿੰਨਾ ਜ਼ਿਆਦਾ ਬਸ ਇਹ ਚੀਜ਼ ਸਮਝ ਲਓ ਤੁਹਾਡੀ ਜਿੰਦ ਜਾਨ, ਉਸ ਨੂੰ ਇਸ ਤਰੀਕੇ ਨਾਲ ਲੈ ਲਓ। ਬਸ ਇਹ ਹੈ ਕਿ 3 ਮਹੀਨੇ 4 ਮਹੀਨੇ ਦੀ ਗੱਲ ਆ, ਉਸ ਚੀਜ਼ ਲਈ ਇਹ ਤੁਹਾਡੇ ਕੀ ਆ, ਤੁਹਾਡਾ ਹਵਾ ਪਾਣੀ ਜੋ ਵੀ ਆ ਆਹੀ ਆ, ਹਲੇ ਇਹਦੇ ਲਈ ਜੀਣਾ, ਇਹਦੇ ਲਈ ਹੀ ਮਰਨਾ। ਉਸ ਤੋਂ ਬਾਅਦ ਤੁਹਾਡੀ ਲਾਈਫ ਚਾਹੇ ਬॉयਫ੍ਰੈਂਡ ਬਣਾਓ, ਚਾਹੇ ਗਰਲਫ੍ਰੈਂਡ ਬਣਾਓ, ਚਾਹੇ ਜਿੱਦਾਂ ਮਰਜ਼ੀ, ਬਸ ਥੋੜੇ ਕੇ ਟਾਈਮ ਪੀਰੀਅਡ ਲਈ ਆਪਣੇ ਜਿਹੜੀ ਡਿਜ਼ਾਇਰਸ ਉਹਨੂੰ ਕੰਟਰੋਲ ਕਰਕੇ ਸਭ ਜੋ ਕੁਝ ਵੀ ਆਪਣਾ ਸਾਰਾ ਉੱਤੇ ਸਟੱਡੀ ਤੇ ਕੰਮ ਕਰਨਾ। मतलब अगर रिलेशनशिप चाहे तो ब्रेकअप कर लेना चाहिए। नहीं ब्रेकअप नहीं कहती, पर पार्टनर वो ਲੱਭੋ ਜਿਹੜਾ ਤੁਹਾਨੂੰ ਸਪੋਰਟ ਕਰੇ। ਇਹ ਨਹੀਂ ਕਿ ਕਹੇ ਕਿ ਚੱਲ ਫੋਨ ਤੇ ਲਿਖੇ ਹੈ, ਉਹ ਕਹੇ ਕਿ ਤੂੰ ਪੜ੍ਹ, ਤੂੰ ਉਹ ਤੈਨੂੰ ਐਨਕਰੇਜ ਕਰੇ। ਇਹ ਨਾ ਹੋਵੇ ਕਿ ਤੁਸੀਂ ਬਾਹਰ ਫੋਨ ਤੇ ਚਿਪੜੇ ਰਹੋ ਫਿਰ ਤਾਂ। I really want to share one funny story। one of my friend shared one story with me कि ਉਹਨਾਂ ਨੇ ਨਾ IC ਕਰਨੀ ਥੀ, I think, ਤੇ ਉਹਨਾਂ ਦੇ ਹਸਬੰਡ ਬਾਹਰ ਸੀਗੇ ਕਿਤੇ, ਤੇ ਉਹਨਾਂ ਦਾ ਹਸਬੰਡ ਉਹਨਾਂ ਨੂੰ ਪੁਸ਼ ਕਰਦਾ ਪਿਆ ਸੀ। ਪੁਸ਼ ਵੀ ਡਿਫਰੈਂਟ ਤਰ੍ਹਾਂ ਦੇ ਹੁੰਦੇ ਆ। ਉਹਨਾਂ ਦਾ ਪੁਸ਼ ਜਿਹੜਾ ਸੀਗਾ ਉਹ ਇੰਗਲਿਸ਼ ਉਹਨਾਂ ਕੋ ਥਰਸਟੀ ਕੋ ਦਾ ਐਸੈਸ ਹੁੰਦਾ ਸੀ, ਕੋ ਦਾ ਐਸੈਸ ਹੁੰਦਾ ਸੀਗਾ। ਸੋ इट इज लिटिल फनी कि अगर आपने पुश करना है तो आप थर्स्टी ग्रो का तेरे से भी सुना है किसी ने? वो थर्स्टी ग्रो का कहते हैं ऐसे सुनता हूं इंग्लिश इंप्रूव करनी। सो इतना दे हस्बैंड नहीं चंगे होंगे, ठीक है जी? हां जी, क्या करना अरे ਤੁਹਾਡੇ ਵਰਗੇ ਮਿਲ ਜਾ ਤਾਂ ਵਧੀਆ ਹੈ। ਪੁੱਛ ਕੇ ਦੇਖ, ਅਰੇ ਮੰਮੀ ਨੇ ਇੱਕ ਹੀ ਕਹਿਣਾ ਕਿ ਕਾਹਦੀ ਪੁੱਛ ਕੇ ਦੇਖ ਜਰਾ। ਚਲੋ ਸਰ ਇੱਕ ਗੱਲ ਆ, ਇਹ ਹੁਣ ਇਹ ਕਹਿੰਦੇ ਨੇ ਕਈਆਂ ਨੂੰ ਜਿਹਨੂੰ ਮਿਲਦੀ ਹੈ ਚੀਜ਼ ਉਹਨੂੰ ਕਦਰ ਨਹੀਂ ਹੁੰਦੀ। Okay, thank you ji। Okay, we really wanted to know about your effort at home। ਸਰ ਐਕਚੁਅਲੀ ਐਫਰਟ ਤਾਂ ਸੀਗੇ ਮੇਰੇ, ਪਰ ਇਹ ਸੀ ਕਿ ਮੈਨੂੰ ਨੀਂਦ ਲੈਣੀ ਪੈਂਦੀ ਸੀ ਘਰ ਜਾ ਕੇ। ਇਹ ਨਹੀਂ ਮੈਂ ਕਿ ਘਰ ਜਾ ਕੇ ਸਿੱਧੇ ਲੱਗ ਜਾਵਾਂ। ਕਈ ਬੱਚੇ ਹੁੰਦੇ ਮੈਂ ਦੇਖੇ ਕਿ
ਜਾ ਕੇ ਸਿੱਧੇ ਹੀ ਲੱਗ ਜਾਂਦੇ ਹੁੰਦੇ ਆ, ਪਰ ਮੇਰੇ ਕੋਲ ਸੀਰੀਅਸਲੀ ਨਹੀਂ ਮੇਰਾ ਦਿਮਾਗ ਕੰਮ ਕਰਦਾ। ਮੈਂ ਜਾ ਕੇ ਨੀਂਦ ਲੈਣੀ ਆ ਘੰਟੇ 2 ਘੰਟੇ ਦੀ, ਫਿਰ ਉਸ ਤੋਂ ਬਾਅਦ ਫਿਰ ਨਾਈਟ ਟਾਈਮ ਮੈਂ ਥੋੜੀ ਸਟੱਡੀ ਕਰਨੀ 1-2 ਵਜੇ ਤੱਕ। ਬਟ ਇਹ ਆ ਕਿ ਜੋ ਤੁਸੀਂ ਇੰਸਟਰਕਸ਼ਨ ਦਿੰਦੇ ਹੋ ਉਹਨੂੰ ਫੋਲੋ ਕਰੋ। ਇਹ ਨਹੀਂ ਕਿ ਤੁਸੀਂ ਜਿੱਦਾਂ ਬੋਲਦੇ ਫੀਡਬੈਕ ਦਿੱਤਾ ਅਸੀਂ ਜਸਟ ਉਹਨੂੰ ਦੇਖਦੇ ਵੀ ਸੀਰੀਅਸਲੀ ਮੈਂ ਵੀ ਬਹੁਤ ਘੱਟ ਨੋਟਿਸ ਕਰਦੀ ਸੀ, ਬਟ ਉੱਤੇ ਵਰਕ ਕਰਾਂਗੇ ਤਾਂ ਹੀ ਅਸੀਂ ਆਪਣੇ ਆਪ ਨੂੰ ਇੰਪਰੂਵ ਕਰਾਂਗੇ। ਕਿਉਂਕਿ ਸਾਨੂੰ ਅੱਛਾ ਕਿਰਨ, ਜਦੋਂ ਫਰਸਟ ਡਿਸਅਪਾਇੰਟਮੈਂਟ ਹੋਈ ਉਸ ਤੋਂ ਬਾਅਦ ਨੋਟਿਸ ਕੀਤਾ ਕਿ ਕਿਉਂ ਇਦਾਂ ਹੋਇਆ? ਸਰ ਮੈਂ ਤੁਹਾਨੂੰ ਦੱਸਦੀ ਸੀ, ਮੈਂ ਨਾ ਮੋਸਟਲੀ ਐਬਸੈਂਟ ਸਾਨੂੰ ਮਾਈਂਡ ਨਹੀਂ ਰਹਿੰਦੀ ਸੀ। ਮੈਨੂੰ ਕਦੇ ਅਗਰ ਕੁਝ ਮੋਸਟਲੀ ਮੇਰਾ ਸਪੀਕਿੰਗ 'ਚ ਹੁੰਦਾ ਸੀ, ਮੈਂ ਕੁਐਸਚਨ ਕੈਚ ਨਹੀਂ ਕਰਦੀ ਸੀ। ਮਤਲਬ ਅਗਰ ਤੁਹਾਡੇ ਨਾਲ ਮੈਂ ਬੜਾ ਫੈਮਿਲੀਅਰ 'ਚ ਰਹਿੰਦੀ ਸੀ, ਤੁਸੀਂ ਕੁਐਸਚਨ ਬੋਲਣਾ ਬਸ ਮੈਂ ਇੰਜੋਏ ਜਾ ਕਰੀ ਜਾਣਾ, ਉਹ ਨਹੀਂ ਕੁਐਸਚਨ ਤੇ ਨਹੀਂ ਫੋਕਸ ਕਰਨਾ, ਨਹੀਂ ਪੁੱਛਿਆ ਕਿ ਬਸ ਜਸਟ ਇਹ ਨਹੀਂ ਜਸਟ ਗੋ ਥਰੂ ਹੋ ਜਾਣਾ ਕਿ ਬਸ ਬੋਲ ਦੇਣਾ ਆਨਸਰ ਕੀ ਆ। ਤੇ ਮੈਂ ਆਪਣੇ ਆਪ ਨੂੰ ਕਾਮ ਰੱਖਿਆ ਥੋੜਾ। ਇਹਦੇ ਵਿੱਚ ਇੰਦਰ ਨੇ ਮੈਨੂੰ ਬਹੁਤ ਕੀਤੀ, ਮੈਂ ਹਮੇਸ਼ਾ ਕਹਿੰਦਾ ਕਿਰਨ ਕਾਮ ਹੋ ਜਾ ਕੇ ਮੈਨੂੰ ਕਹਿੰਦਾ, ਮੈਂ ਇਹ ਨਹੀਂ ਪੁੱਛਿਆ ਮੈਂ ਕਿ ਮੈਂ ਕੀ ਕਰਾਂ ਕਾਮ ਇਹ ਬੜਾ ਹੈਲਪਫੁਲ ਆ। ਮੈਂ ਕਮਾਲ ਹੈ ਠੀਕ ਹੈ ਕਿ ਤੂੰ ਕਰਦਾ ਹੁੰਦਾ ਹੈ। ਬਾਹਰ ਆਤੀ ਤੇ ਫਿਰ ਮੇਰੇ ਤਾਂ ਇਹ ਯੋਗਾ ਵੀ ਕਰਨ ਲੱਗੇ। ਤੇ ਫਿਰ ਸਰ ਮੈਂ ਥੋੜਾ ਆਪਣੇ 'ਚ ਧਿਆਨ ਲੈ ਕੇ ਆਈ। ਫਿਰ ਇਹਨਾਂ ਇਹ ਹੁੰਦਾ ਕਿ ਤੁਹਾਡੀ ਮਾਈਂਡ ਦੀ ਤੇ ਤੁਹਾਡੀ ਟੰਗ ਦੀ ਕੋਆਰਡੀਨੇਸ਼ਨ ਬਹੁਤ ਵਧੀਆ ਬਣਦੀ ਹੈ। ਬਾਰ ਬਾਰ ਨਹੀਂ ਕਾਮਨੈਸ ਨਾਲ। ਇਹ ਠੀਕ ਹੈ, ਮੈਂ ਕਹਿੰਦਾ ਕਿ ਸਵੇਰੇ ਸਵੇਰੇ ਬਾਰ ਬਾਰ ਕਰ ਲਾਏ ਹੋਏ। ਤੇ ਫਿਰ ਤੁਹਾਨੂੰ ਇਹ ਹੈ ਕਿ ਅਗਲੇ ਨੇ ਪੁੱਛਿਆ ਕੀ ਆ ਤੇ ਤੁਸੀਂ ਆਨਸਰ ਕੀ ਕਰਨਾ ਆ। ਨਹੀਂ ਤਾਂ ਇਹ ਹੁੰਦਾ ਕਿ ਆਪਾਂ ਨੂੰ ਅੰਦਰ ਇੰਨਾ ਆਪਾਂ ਨਰਵਸ ਹੋਏ ਹੁੰਦੇ ਆ ਕਿ ਅਗਲੇ ਨੇ ਬਸ ਕੁਛ ਪੁੱਛਿਆ ਜਸਟ ਆਪਣਾ ਕੀ ਕਹਿੰਦੇ ਨਾ ਬੁਲਟ ਫਾਇਰਿੰਗ ਕਰ ਦੇਣੀ ਆ ਕਿ ਸੈਂਸ ਬਣੇ ਚਾਹੇ ਨਾ ਬਣੇ, ਬਸ ਇਹ ਸਾਨੂੰ ਕਿਸ ਇੰਗਲਿਸ਼ ਮਾਰ ਦਿੱਤੀ ਆ। ਬਟ ਉਹ ਤਾਂ ਮਹਾਨ ਹਸਤੀਆਂ ਹੁੰਦੀਆਂ, ਉਹਨੂੰ ਤਾਂ ਪਤਾ ਹੀ ਹੁੰਦਾ ਕਿ ਇਹਨਾਂ ਨੇ ਸਾਡੀ ਕਿਰਨ ਤੁਹਾਡੀ ਫਰਸਟ ਅਟੈਂਪਟ ਸੀ ਇਦਾਂ ਹੀ ਸੈਟ ਤੋਂ ਸ਼ੁਰੂ ਹੋਈ ਸੀ ਉਹ ਜਰਨੀ। ਹਾਂ ਉਹ ਦੱਸੋ ਸ਼ੁਰੂਆਤ ਤੋਂ ਮਤਲਬ ਜੋ ਚੀਜ਼ਾਂ ਸਿੱਖੀਆਂ ਉਹ ਜਿੱਦਾਂ ਤੁਸੀਂ ਕਿਹਾ ਰੀਲੀ ਐਪਰੀਸ਼ੀਏਟ, ਤੁਸੀਂ ਕਿਹਾ ਕਿ ਮੈਂ ਦੁਬਾਰਾ ਹੁਣ ਕਰਨ ਦੀ ਲੋੜ ਨਹੀਂ ਪੈਣੀ, ਮੈਨੂੰ ਇੰਨਾ ਕੁਝ ਪਤਾ ਲੱਗ ਗਿਆ। ਬਟ ਜਿਹੜੇ ਹੁਣ ਬਿਲਕੁਲ ਕੰਪਲੀਟਲੀ ਨਿਊ ਆ, ਜਿਹੜੇ ਕਿਤੋਂ ਕਰਕੇ ਆਏ ਜਾਂ ਉਹ ਸੋਚਦੇ ਆ ਕਿ ਕਿੱਦਾਂ ਹੋਣਾ ਚਾਹੀਦਾ, ਵਟ ਇਜ਼ ਯੂਰ ਐਡਵਾਈਸ? ਸਰ ਜੇ ਮੈਂ ਕਹਿੰਦੀ ਆ ਤੁਸੀਂ ਗੁਰੂ ਸਰ ਤੁਹਾਡੇ ਲਈ ਗੁਰੂ ਦੇ ਸਮਾਨ ਹੀ ਹੈ ਨਾ। ਜਿਸ ਜੋ ਕਹਿ ਦਿੱਤਾ ਅੱਖਾਂ ਬੰਨ ਕੇ ਚੱਲ ਪਓ ਸੀਰੀਅਸਲੀ। ਜੇ ਤੁਸੀਂ ਕਹੋਗੇ ਆਪਣੇ ਤੁਸੀਂ ਇਹ ਚੀਜ਼ਾਂ ਮੈਂ ਵੀ ਬਹੁਤ ਕਰਦੀ ਹੁੰਦੀ ਸੀ ਕਈ ਵਾਰ ਬੱਚੇ ਹਾਂ ਮੈਂ ਉਹ ਇਸੇ ਕਰਕੇ ਪੁੱਛ ਰਿਹਾ ਤੇ ਕਈ ਵਾਰ ਮੈਂ ਵੀ ਕਿ ਨਹੀਂ ਚੱਲ ਇੱਦਾਂ ਬਖਿਆਲ ਜੀ ਆ ਵੜ ਲੈਣ ਥੋੜਾ ਇਫੈਕਟਿਵ ਜਿਹਾ ਹੋ ਜਾਊਗਾ। ਉਹ ਇਫੈਕਟਿਵ ਕਰਦੇ ਕੋਈ ਜ਼ਿਆਦਾ ਕੰਪਲਿਕੇਟਡ ਹੋ ਜਾਂਦੀ ਸੀ ਚੀਜ਼। ਤੇ ਇਹ ਹੈ ਕਿ ਸਰ ਜਿੱਦਾਂ ਕਹਿੰਦੇ ਆ ਤੁਸੀਂ ਉਹ ਚੀਜ਼ ਨੂੰ ਫੋਲੋ ਕਰੋ। ਅਗਰ ਤੁਹਾਨੂੰ ਕਹਿੰਦੇ ਕਿ ਉਹ ਲਿਸਨਿੰਗ ਕਰੋ ਇੰਨੇ ਦੇਰ ਤੱਕ ਕਰੋ, 3-4 ਦਿਨ ਦੇ ਵਿੱਚ ਕਰੋ, ਤੁਸੀਂ ਫੈਡ ਅਪ ਨਾ ਉਹ ਚੀਜ਼ ਨੂੰ ਅਗਰ ਕੰਟੀਨਿਊ ਰੱਖੋਗੇ ਭਾਵੇਂ ਸਾਨੂੰ ਸਟਾਰਟਿੰਗ 'ਚ ਤੁਹਾਨੂੰ ਲੱਗੂਗਾ ਟਫ, ਬਾਅਦ 'ਚ ਜਦੋਂ ਤੁਸੀਂ ਉਸ ਚੀਜ਼ ਦੇ ਹੈਬਚੁਅਲ ਹੋ ਜਾਓਗੇ ਤੁਹਾਨੂੰ ਬਹੁਤ ਈਜ਼ੀ ਲੱਗਣਾ। ਸੱਚੀ ਮੇਰੇ ਨਾਲ ਇੱਦਾਂ ਹੋਇਆ, ਤਾਈਓ ਮੈਂ ਐਤਕੀ ਲਿਸਨਿੰਗ 'ਚ ਵਧੀਆ, ਐਤਕੀ ਐਮਸੀਕਿਊ ਮੇਰੇ ਵਧੀਆ ਨੇ ਕਨਸੈਂਟਰੇਟ ਹੋ ਰਹੀ। ਤੇ ਜਿਹੜਾ ਇੱਕ ਪੋਰਸ਼ਨ ਸੀਗਾ ਉਹ ਨਾ ਮੈਨੂੰ ਪਤਾ ਨਹੀਂ ਦਿਮਾਗ 'ਚ, ਮੈਂ ਤੁਹਾਨੂੰ ਦੱਸਿਆ ਮੈਂ ਜਲਦੀ ਲੋਸ ਕਰ ਦਿੰਦੀ ਤੇ ਕਨਸੈਂਟਰੇਸ਼ਨ, ਤਾਂ ਮੈਨੂੰ ਪਤਾ ਮੈਨੂੰ ਸਮਝ ਨਹੀਂ ਲੱਗਦਾ ਸੀ ਮੈਂ ਕੀ ਰੀਡ ਕੀਤਾ ਕੀ। ਫਿਰ ਮੈਂ ਜਸਟ ਉਸ ਟਾਈਮ ਰਾਈਟ ਡਾਊਨ ਕੀਤਾ, ਫਿਰ ਉਹਦੇ ਬੇਸਿਸ ਤੇ ਮੈਂ ਉਹ ਵਾਲਾ ਪੋਰਸ਼ਨ ਕੀਤਾ ਤੇ ਉਹਦੇ ਕਰਕੇ ਫਿਰ ਮੇਰਾ ਵਧੀਆ ਹੋ ਗਿਆ। ਤੇ ਤੁਸੀਂ ਵੀ ਆਹੀ ਜੋ ਸਰ ਕਹਿੰਦੇ ਆ ਤੇ ਪਲੀਜ਼ ਉਹਨੂੰ ਫੋਲੋ ਕਰੋ। ਓਕੇ ਲਾਸਟ ਐਡਵਾਈਸ ਜਿਹੜੀ ਇਹਨਾਂ ਦੀ ਰੀਡਿੰਗ ਜਾਂ ਰਾਈਟਿੰਗ ਦੀ ਐਗਜ਼ਾਮ ਦੇ ਵਿੱਚ, ਸਪੈਸ਼ਲੀ ਐਗਜ਼ਾਮ ਦੇ ਵਿੱਚ ਸਰ what do they need to do? ਸਰ ਰੀਡਿੰਗ ਲਈ ਮੇਰੀ ਜੋ ਸਟ੍ਰੈਟੇਜੀ ਸੀਗੀ ਮੈਂ ਆਈਸੀ ਪੈਸੇਜ ਥੋਰਲੀ ਪੜ੍ਹਦੀ ਸੀਗੀ, ਕਿਉਂਕਿ ਜੇ ਵਿੱਚੋਂ ਮੈਂ ਚੱਕ ਕੇ ਕਰਦੀ ਫਿਰ ਉਹ ਮੇਰੀ ਅੰਡਰਸਟੈਂਡਿੰਗ ਨਹੀਂ ਬਣਦੀ ਸੀ। ਫਿਰ ਮੈਨੂੰ ਦੁਆਰ ਤੇ ਉਹ ਜਿਹੜਾ ਉਹਦਾ ਵੀ ਪੈਰਾਗ੍ਰਾਫ ਜੋ ਵੀ ਹੈ ਦੁਆਰ ਦੀ ਰੀਡ ਕਰਨਾ ਪੈਂਦਾ ਸੀਗਾ। ਅਗਰ ਮੈਂ ਉੱਥੋਂ ਸਟਾਰਟਿੰਗ ਵੀ ਪੜ੍ਹਦੀ ਆਉਂਦੀ ਸੀਗੀ ਤੇ ਫਿਰ ਮੈਨੂੰ ਈਜ਼ੀਲੀ ਪਤਾ ਰਹਿੰਦਾ ਸੀ ਪੈਸੇਜ 'ਚ ਕੀ ਆ। ਤੇ ਉਸ ਤੋਂ ਪਹਿਲਾਂ ਪੈਸੇਜ ਨੂੰ ਅਪਰੋਚ ਕਰਨ ਤੋਂ ਪਹਿਲਾਂ ਜਿੱਦਾਂ ਕੁਐਸਚਨਸ ਨੂੰ ਤੁਸੀਂ ਬੋਲਦੇ ਆ ਨਾ ਪਹਿਲਾਂ ਅਪਰੋਚ ਕਰੋ। ਤੇ ਮੈਂ ਪਹਿਲਾਂ ਕੁਐਸਚਨਸ ਦੇ ਕੇ ਫਿਰ ਹੀ ਜਾਂਦੀ ਸੀ ਤਾਂ ਕਿ ਮੇਰਾ ਟਾਈਮ ਨਾ ਵੇਸਟ ਹੋਵੇ ਕਿ ਮੈਂ ਫਿਰ ਇੱਧਰ ਪਲਟਾ ਕੀ ਕੁਐਸਚਨਸ। ਅਗਰ ਜੇ ਤੁਸੀਂ ਪਹਿਲੀ ਵੀ ਦਿੱਤਾ ਸੀ ਇਫ ਆਮ ਨਾਟ ਰੋਂਗ ਰੀਡਿੰਗ 'ਚ 5.5 ਸੀ। ਹਾਂਜੀ ਹਨਾ? ਉਸ ਟਾਈਮ ਉਸ ਤੋਂ ਬਾਅਦ ਯੂ نو ਇੱਕ ਹੋਰ ਅਟੈਂਪਟ ਹੋਈ 6.5 ਹੁਣ ਫਿਰ 6.5 ਫਿਰ ਉਹ ਚੀਜ਼ ਕਿਉਂ ਇਦਾਂ ਕਿਉਂ? ਸਿਰਫ ਐਕਚੁਅਲੀ ਨਾ ਮੈਂ ਇੱਥੇ ਵੀ ਜਦੋਂ ਕਰਦੀ ਸੀ ਫਿਰ ਮੈਂ ਘਰੇ ਵੀ ਜਾ ਕੇ ਉਹ ਚੀਜ਼ ਕੰਟੀਨਿਊ ਰੱਖੀ। ਮੈਂ ਹਮੇਸ਼ਾ ਰੀਡਿੰਗ ਲੈ ਜਾਂਦੀ ਸੀ, ਕਰਦੀ ਹੁੰਦੀ ਸੀ, ਕਿਉਂਕਿ ਮੈਨੂੰ ਇਹ ਹੁੰਦਾ ਸੀ ਜੇ ਮੈਂ ਸਕਿਪ ਕਰ ਦੂੰਗੀ ਨਾ ਉਹ ਫਿਰ ਇੱਕ ਚੀਜ਼ ਜਿਹੜਾ ਇੱਕ ਬੰਦੇ ਦੀ ਉਹ ਕਹਿੰਦੇ ਆ ਲਹਿ ਜੀ ਬਣੀ ਹੁੰਦੀ ਨਾ ਉਹ ਚੀਜ਼ ਟੁੱਟ ਜਾਂਦੀ ਆ। ਤੇ ਫਿਰ ਮੈਂ ਜਦੋਂ ਫਿਰ ਇੱਥੇ ਵੀ ਕਰਦੀ ਸੀ ਘਰੇ ਵੀ ਇੱਕ ਵਧੀਆ ਜਿਹਾ ਇੰਟਰਸਟ ਬਣਨ ਲੱਗ ਪਿਆ। ਮਤਲਬ ਕਿ ਪਹਿਲਾਂ ਮੈਨੂੰ ਬੜਾ ਹੈਡੇਕ ਜਿਹਾ ਹੁੰਦਾ ਸੀ ਪੈਸੇਜ ਜਿਹੜਾ ਰੀਡ ਕਰਨਾ। ਤੇ ਫਿਰ ਹੁਣ ਜਿੱਦਾਂ ਆਪਾਂ ਜਿੰਨਾ ਜ਼ਿਆਦਾ ਆਪਣੇ ਆਪ ਨੂੰ ਇਨਵੋਲਵ ਕਰਦੇ ਜਾਵਾਂਗੇ ਨਾ ਚੀਜ਼ਾਂ ਜਿੰਨੀਆਂ ਜ਼ਿਆਦਾ ਰੀਡਿੰਗ ਕਰੀ ਜਾਓਗੇ ਆਪੇ ਤੁਹਾਡਾ ਇੰਟਰਸਟ ਅਲਟੀਮੇਟਲੀ ਬਣਨਾ ਸ਼ੁਰੂ ਹੋ ਜਾਣਾ ਹੈ। ਤੇ ਮੈਂ ਇਹ ਕਹਿੰਦੀ ਹਾਂ ਕਿ
ਜਿੰਨਾ ਜ਼ਿਆਦਾ ਤੁਸੀਂ ਕੋਈ ਰੀਡਿੰਗ ਦੀ ਸਟ੍ਰੈਟਜੀ ਜਿਹੜੀ ਇੱਥੇ ਅਸੀਂ ਇੰਪਲੀਮੈਂਟ ਕੀਤੀ ਹੋਈ ਤੁਹਾਨੂੰ ਬਹੁਤ ਹੈਲਪ ਕੀਤੀ ਹੋਵੇ? ਉਹੀ ਪਹਿਲਾਂ ਕੁਐਸਚਨਸ ਰੀਡ ਕਰਕੇ ਫਿਰ ਪੈਸੇਜ ਤੇ ਜਾਓ। ਮਤਲਬ ਵਧੀਆ ਰਹੀ। ਮੈਂ ਹਮੇਸ਼ਾ ਹੀ ਕਰਦੀ ਹਾਂ ਤੇ ਮੇਰੇ ਮਤਲਬ ਵਧੀਆ ਰੀਡਿੰਗ ਰਹੀ ਤੇ ਮਤਲਬ ਇਹ ਵੀ ਨਹੀਂ ਕਿ ਥਰਡ ਪੈਸੇਜ ਤੇ ਵੀ ਪਹੁੰਚ ਜਾਂਦੀ ਸੀ, ਭਾਵੇਂ ਲਾਸਟ ਤੱਕ ਪਹੁੰਚਦੇ ਮਸ਼ੀਨ ਖਿੱਚ ਲੈਂਦੇ ਸੀ ਆ ਕੇ, ਬਟ ਥਰਡ ਪੈਸੇਜ ਤੇ ਮਤਲਬ ਤਦ ਵੀ 4-5 ਤਾਂ ਹੋ ਜਾਂਦੇ ਸੀ। ਓਕੇ, ਵਾਟ ਇਜ਼ ਯੂਰ ਐਡਵਾਈਸ ਔਨ ਰਾਈਟਿੰਗ? राइटिंग तो मेरी हाथ से तो नहीं करेगी सीरियसली। मैं पता नहीं कितने एफर्ट ला चुकी हूँ, पता नहीं कि किस मेरे नाल मैं हर मेंटर नु फॉलो करके देख लिया, पता नहीं मेरे च ही फॉल्ट होना, शायद मैं लिखा एक ये है कि मैं प्रूफ रीडिंग नहीं हो पाती सी मेरे तो, शायद ਉਹਦੇ ਕਰਕੇ ਮੇਰੇ ਨਹੀਂ ਵੱਧਦੇ ਸੀਗੇ ਕਿਉਂਕਿ ਜਲਦੀ ਕਾਲੀ ਚ ਲਿਖਣਾ, ਮੈਂ ਵੀ ਵਰਬ ਸਕਿਪ ਕਰ ਦਿੰਦੀ ਸੀਗੀ ਹਨਾ, ਸਿੰਗੂਲਰ ਪਲੂਰਲ ਦਾ ਵੀ ਫਰਕ ਪੈ ਜਾਂਦਾ ਸੀਗਾ ਤੇ ਮੇ ਵੀ ਆ ਮੇਰੀ ਮੇਜਰਸ ਪ੍ਰੋਬਲਮ ਸੀਗੀਆਂ ਤੇ ਐਤਕੀ ਵੀ ਮੈਂ ਕੀਤਾ, ਬਟ ਕੀ ਕਹਿੰਦੇ ਆ, ਜਦੋਂ ਮੈਂ ਹਲੇ ਇੱਕ ਪੈਸੇਜ ਹੀ ਰੀਡ ਕੀਤਾ ਸੀਗਾ ਉਹਨੇ ਤੱਕ ਟਾਈਮ ਹੋ ਗਿਆ, ਫਿਰ ਉਹਨਾਂ ਨੇ ਸਟ੍ਰੀਟ ਲੈ ਕੇ ਫਿਰ ਮਤਲਬ ਰਾਈਟਿੰਗ ਦੇ ਵਿੱਚ ਤਾਂ ਅਸੀਂ ਤੁਹਾਨੂੰ ਐਡਵਾਈਸ ਕੀਤਾ ਸੀ, ਤੁਸੀਂ ਬਹੁਤ ਸਾਰੀ ਵੋਕੈਬ ਪੁੱਟ ਆਨ ਕਰਦੇ ਸੀ, ਐਜੀ ਉਹ ਸੀਗੀ ਜਾਂ ਨਹੀਂ? ਹਟੀ ਨਹੀਂ, ਜਿਹੜੀ ਤੁਸੀਂ ਦਿੱਤੀ ਸੀ ਉਹੀ ਕੀਤੀ ਮੈਂ, ਜਿਹੜੀ ਪਹਿਲਾਂ ਸੀਗੀ ਉਹ ਛੱਡ ਉਹ ਫਿਰ ਤੁਸੀਂ ਮੈਨੂੰ ਤਾਨੇ ਮਾਰਨਾ ਕਿ ਮੈਂ ਜਾਤੀ। ਓਕੇ, ਯੂਰ ਐਡਵਾਈਸ when it comes to speaking? ਸਪੀਕਿੰਗ ਤੇ ਇਹ ਹੈ ਕਿ ਆਪਣੇ ਆਪ ਨੂੰ ਕਾਮ ਰੱਖੋ ਜਿੰਨਾ ਰੱਖ ਸਕਦੇ ਆ। ਜੇ ਤੁਸੀਂ ਉੱਤੇ ਆਪਣੇ ਆਪ ਨੂੰ ਨਾ ਕਾਮ ਨਹੀਂ ਰੱਖ ਸਕੇ, ਤੁਹਾਨੂੰ ਕੁਝ ਨਹੀਂ ਪਤਾ ਲੱਗਣਾ, ਉਹਨੇ ਬੋਲ ਦਿੱਤਾ ਇੱਕ ਵਾਰੀ ਉਹਨੇ ਕੁਐਸਚਨ ਬੋਲਣਾ ਆ, ਤੁਸੀਂ ਕੈਚ ਕਰ ਲਿਆ ਤੇ ਠੀਕ ਆ, ਅਗਰ ਹਾਰਡਲੀ ਤੁਸੀਂ 2 ਕੇ ਬਾਅਦ ਰਿਪੀਟ ਕਰਵਾ ਸਕਦੇ ਆ, ਠੀਕ ਆ, ਪਰ ਇਹ ਹੈ ਕਿ ਅਗਰ ਤੁਹਾਨੂੰ ਕੁਐਸਚਨ ਰਹੂਗਾ ਤੁਹਾਡੇ ਦਿਮਾਗ 'ਚ ਤਾਂ ਹੀ ਤੁਸੀਂ ਆਨਸਰ ਕਰ ਪਾਓਗੇ, ਠੀਕ ਆ। ਤੇ ਮੈਂ ਵੀ ਇੱਦਾਂ ਹੀ ਰੱਖਿਆ ਕਿ ਆਪਣੇ ਆਪ ਨੂੰ ਸ਼ਾਂਤ ਰੱਖਣਾ, ਸ਼ਾਂਤ ਜੋ ਪੁੱਛਦਾ ਪਿਆ ਆ ਭਾਵੇਂ ਸਿੰਪਲ ਹੀ ਆਨਸਰ ਦਿਓ। ਸੀਰੀਅਸਲੀ ਮੇਰੇ ਨਾਲ ਜਿਹੜੇ ਸੀਗੇ ਥੋੜੇ ਜਿਹੇ ਉਹ ਮੇਰੇ ਤੋਂ ਵੀ ਵਧੀਆ ਕਰਕੇ ਗਏ, ਤੇ ਮੈਂ ਬੜੀ ਸ਼ੌਕ ਹੁੰਦੀ ਸੀ ਇਹਨਾਂ ਤੋਂ, ਮੈਂ ਆਈਡੀਆ ਦਿੰਦੀ ਸੀ ਮੇਰੇ ਤੋਂ ਵਧੀਆ ਕਿੱਦਾਂ ਕਰਕੇ। ਮੇਨ ਰੀਜ਼ਨ ਇਹ ਆ ਕਿ ਉਹ ਸਿੰਪਲਸਿਟੀ 'ਚ ਰਹੇ, ਮੈਂ ਥੋੜਾ ਕੰਪਲੈਕਸਿਟੀ 'ਚ ਕਿ ਨਹੀਂ ਮੈਂ ਥੋੜਾ ਵਧੀਆ ਕਰਨਾ ਆ, ਫਿਰ ਮੈਂ ਆਬਵੀਅਸ ਮੈਂ ਟੀਚਰ ਰਹਿ ਚੁੱਕੀ ਹਾਂ ਤਾਂ ਮੈਨੂੰ ਥੋੜਾ ਵਧੀਆ ਕਰਨਾ ਚਾਹੀਦਾ, ਉਹਦੇ ਚੱਕਰਾਂ 'ਚ ਮੇਰਾ ਹਮੇਸ਼ਾ ਦਾ ਰਾਜ ਬਣ ਜਾਂਦਾ ਸੀਗਾ। ਸਕੋਰ ਕरेंगे मतलब आई थिंक कवर हो ऑल इन ऑल कोई रैप अप करके कोई एडवाइस कि घर कितनी मेहनत करो, इतने कितनी मेहनत करो और आज सेशन का लिसना एक चीज और ਆਪਾਂ ਸਟੂਡੈਂਟ ਨੂੰ ਬੁਲਾ ਕੇ ਇੱਥੇ ਪੁੱਛਣ ਬਿਲਕੁਲ ਸਰ, ਉਹ ਚੀਜ਼ ਬਹੁਤ ਵਧੀਆ ਆ। ਅਗਰ ਸਰ ਜਿਹੜੇ ਨਹੀਂ ਆਉਂਦੇ ਸਟੂਡੈਂਟ ਉਹਨੇ ਡੰਡਾ ਪਲੇਟ ਕਰੋ ਇਹ ਤਾਂ ਕਿਸੇ ਨੇ मतलब वो चीज हेल्प करती है बिल्कुल सर, हेजिटेशन ਤੁਹਾਡੀ ਮਤਲਬ ਬਿਲਕੁਲ ਖਤਮ ਹੁੰਦੀ ਹੈ क्योंकि इस लास्ट में ਤੁਹਾਨੂੰ ਟਾਰਗੇਟ ਕੀਤਾ ਹਾਂ, ਪਬਲਿਕ ਸਪੀਕਿੰਗ ਦਾ ਫੀਅਰ ਜਿਹੜਾ ਹੁੰਦਾ ਨਾ ਉਹ ਵੀ ਇੰਨਾ ਤੁਸੀਂ ਓਵਰਕਮ ਕਰ ਲੈਂਦੇ, ਮੈਨੂੰ ਬੜਾ ਹੈਲਪਫੁਲ ਹੋਈ ਮਤਲਬ ਚੀਜ਼ ਰਹੀ ਕਿ ਵਧੀਆ, ਚਾਹੇ ਹਲੇ ਅੱਜ ਮੈਂ ਨਹੀਂ ਇੰਨਾ ਕਰਦੀ ਪਈ ਪਰ ਮੈਨੂੰ ਵਧੀਆ ਲੱਗਾ ਕਿ ਉਹ ਚੀਜ਼ ਨਾਲ ਥੋੜੀ ਕਿ ਹੈਜ਼ਿਟੇਸ਼ਨ ਤੁਹਾਡੀ ਖੁੱਲ ਜਾਂਦੀ ਆ ਨਾ, ਯੂ ਕੈਨ ਈਜ਼ੀਲੀ ਸਪੀਕ ਵਟ ਯੂ ਵਾਂਟ ਟੂ ਸਪੀਕ। बस यार बहुत देर में इंग्लिश बोल तो ऑल इन ऑल मैं यही कहूँगी जो कहते हैं प्लीज़ ਉੱਤੇ वर्क करो। एक्चुअली चलो ठीक है ਤੁਸੀਂ ज़्यादा नहीं, एटलीस्ट जो ਇੱਥੇ कराया जाता एक बारी घरों में जाके जरूर रिवाइज करो। ओके, योर एडवाइस टू हरप्रीत तो चलो पता है यार नहीं चाहिए जस ਨੂੰ ਨਵਦੀਪ ਨੂੰ ਕੋਈ ਐਡਵਾਈਸ ਇਦਾਂ ਦੀ ਕਿ ਭਈ ਹਾਂ ਕਰ ਲਓ ਪੜ ਲਓ। ਨਵਦੀਪ ਛੁੱਟੀਆਂ ਘੱਟ ਕੇ ਰਹੇ ਨਹੀਂ ਹੁਣ ਦੇਖਦੇ ਮੈਂ ਗਿਆ ਤੇ ਫਿਰ ਸਰ ਇਹ ਘਰ ਜਾ ਕੇ ਟਿਕਟੋਕ ਬਣਾਵੇ ਨਹੀਂ, ਜੋ ਹੈਗਾ ਆ ਉਹਨੂੰ ਹੀ ਰਿਵਾਈਜ਼ ਕਰੇ, ਵਾਧੂ ਦੇ ਵਿੱਚ ਚੱਕਰਾਂ 'ਚ ਨਾ ਪਵੇ ਕਿਉਂਕਿ ਇੱਕ ਦਿਨ 'ਚ ਨਹੀਂ ਕੁਝ ਹੋ ਸਕਦਾ। ਜੋ ਸਾਨੂੰ ਤੁਸੀਂ ਜੋ ਤੇ ਤੋਂ ਹੈਗਾ ਆ, ਜੋ ਤੇ ਸਟਰੈਂਥ ਆ ਨਾ, ਉਹਨੂੰ ਇੱਕ ਵਾਰ ਰਿਵਾਈਜ਼ ਕਰਕੇ ਦਿਮਾਗ 'ਚ ਸਟ੍ਰੈਟੇਜੀ ਬਣਾਉਣਾ ਕਿ ਆਹੀ ਕੁਝ ਕਰਨਾ, ਬਸ ਐਗਜ਼ਾਮ ਟਾਈਮ ਉੱਥੇ ਐਕਸਪੈਰੀਮੈਂਟ ਨਹੀਂ ਕਰਨਾ। ਨਾउ ਦੇ ਬਹੁਤ ਸਟਰਗਲ ਇਨ ਰੀਡਿੰਗ, ਕੋਈ ਐਨੀ ਐਡਵਾਈਸ ਰੀਡਿੰਗ ਚ ਐਗਜ਼ਾਮ ਟਾਈਮ ਕਿ ਐਗਜ਼ਾਮ ਟਾਈਮ ਇਦਾਂ ਹੋਇਆ ਸੀ ਮੈਨੂੰ ਵੀ, ਮੈਂ ਫਿਰ ਇਦਾਂ ਰਹੀ ਸੀ ਤੇ ਇੰਨੇ ਤੁੱਕੇ ਲਾ ਕੇ ਮੈਂ ਨਿਕਲ ਗਈ ਸਰ ਜੇ ਮੈਂ ਲਗਾਈ ਨਹੀਂ ਤੁੱਕੇ ਨਹੀਂ, ਮੈਂ ਤੁੱਕੇ ਐਂਡ 'ਚ ਲਾਈ ਸੀਗੇ ਥਰਡ ਪੈਸੇਜ 'ਚ क्योंकि टाइम हो गया सी, फिर वो मेरे तो पढ़न का टाइम भी बचा, फिर मैं आगे तो पता नहीं सही मुझे लगता गलत है क्योंकि ब्लैक सी वो गलत ही सही पता तो फिर MCQs भी मैं कर रहे ਸੀਗੇ ਤੇ ਮੈਂ ਇਹ ਹੈ ਕਿ ਅਗਰ ਲਾਸਟ ਮੂਮੈਂਟ ਤੇ ਤੁਹਾਡੇ ਤੋਂ ਹੈਗਾ ਤੇ ਤੁਸੀਂ ਉਹ ਚੀਜ਼ ਪਿਕ ਕਰੋ, ਜਿੱਦਾਂ ਲਾਈਕ MCQs ਆ ਉਹਦੇ ਵਿੱਚ ਕੋਈ ਸਮ ਦਿੱਤਾ, ਕੋਈ ਨੇਮ ਦਿੱਤਾ ਵੱਡਾ, ਮਤਲਬ ਨਾ ਉਹ ਚੀਜ਼ ਨੂੰ ਨੋਟਿਸ ਕਰਕੇ ਉਹਤੇ ਪਹਿਲਾਂ ਤੁਸੀਂ ਉਹਨੂੰ ਟਾਰਗੇਟ ਕਰੋ ਕਿਉਂਕਿ ਉਹ ਚੀਜ਼ ਈਜ਼ੀਲੀ ਵਿਜ਼ੀਬਲ ਆ ਤੇ ਤੁਹਾਨੂੰ ਟਾਈਮ ਵੀ ਨਹੀਂ ਨਾ ਹੁੰਦਾ ਕਿ ਥੋੜ੍ਹੀ ਤੁਸੀਂ ਪਹਿਲੇ ਸੇ ਸਟੱਡੀ ਕਰ ਲਓ, ਠੀਕ ਆ। ਉਸ ਟਾਈਮ ਇਹ ਆ ਕਿ ਤੁਸੀਂ ਉਸ ਕੀ ਪੁਆਇੰਟ ਨੂੰ ਲੈ ਕੇ ਉੱਥੇ ਕੀ ਵਾਲੀ ਸਟ੍ਰੈਟੇਜੀ ਹੀ ਅਪਣਾਓ ਤਾਂ ਜ਼ਿਆਦਾ ਬੈਟਰ ਆ। ਅਗਰ ਤੁਹਾਡੇ ਤੋਂ ਟਾਈਮ ਨਹੀਂ ਹੈਗਾ, ਅਗਰ ਤੁਹਾਡੇ ਤੋਂ ਟਾਈਮ ਹੈਗਾ ਤਾਂ ਪੈਸੇਜ ਪੜ੍ਹੋ, ਅਦਰਵਾਈਜ਼ ਕੀ ਵਰਡ ਲੈ ਕੇ ਉੱਤੇ ਅਪਰੋਚ ਕਰੋ।
ਇੱਕ ਲਾਸਟ ਥਿੰਗ ਰੀਡਿੰਗ ਦੇ ਵਿੱਚ would it be better ਕਿ ਆਪਾਂ only take few set of question and then we jump to second passage, then third passage, then come back again. Writing? Reading. Suppose if my strength is summary. So if I go by summary in the first passage, then there is a summary in third passage. Should I switch passage or should I complete the first passage? Sir, Your advice. ਮੇਰੇ ਅਕੋਰਡਿੰਗ ਤੋਂ ਪੈਸੇਜ ਮੈਂ ਪੈਸੇਜ ਨੂੰ ਪ੍ਰੈਫਰੈਂਸ ਦਿੰਦੀ ਹਾਂ। ਇਹ ਨਹੀਂ ਕਿਉਂਕਿ ਅਗਰ ਵਿੱਚੋਂ ਸਟਾਰਟ ਅਗਰ ਤੁਹਾਡੀ ਅਪਰੋਚ ਹੈ ਕਿ ਤੁਸੀਂ ਬਲੈਂਕਸ 'ਚ ਵਧੀਆ ਤੁਸੀਂ ਪਹਿਲਾਂ ਬਲੈਂਕਸ ਕਰਨ ਜਾਓਗੇ, ਅਗਰ ਤੁਹਾਡੀ ਹੈਗੀ ਤਾਂ ਤੁਸੀਂ 100% ਸ਼ੋਰ ਆ ਕਿ ਠੀਕ ਆ ਤੁਸੀਂ ਇਸ 'ਚ ਫਿਰ ਤਾਂ ਕਰੋ। ਅਗਰ ਤੁਸੀਂ ਨਹੀਂ ਕਦੇ ਕਦਾਏ ਤੁਹਾਡੇ ਤੁੱਕੇ ਨਾਲ ਵਧੀਆ ਚੱਲ ਜਾਂਦੀ ਆ ਫਿਰ ਤੁਸੀਂ ਨਾ ਕਰੋ। ਤੁਸੀਂ ਪੈਸੇਜ ਵੱਲ ਹੀ ਜ਼ਿਆਦਾ ਫੋਕਸ ਕਰੋ ਕਿਉਂਕਿ ਥੋਰਲੀ ਉੱਤੋਂ ਪੜ੍ਹਦੇ ਆਵਾਂਗੇ ਤੇ ਐਕਚੁਅਲੀ ਜਿੱਦਾਂ ਸਾਨੂੰ ਸਰ ਨੇ ਹੁਣ ਦੱਸਿਆ ਸੀ MCQs ਵੀ ਸੀਕੁਐਂਸ 'ਚ ਹੁੰਦੇ। ਫਸਟ MCQs ਚੰਗੀ ਤਰ੍ਹਾਂ ਰੀਡ ਕਰ ਲਓ, ਦਿਮਾਗ 'ਚ ਬਿਠਾ ਲਓ ਤੇ ਸਮਰੀ ਦਾ ਫਸਟ ਬਲੈਂਕਸ ਉਹ ਵੀ ਸੀਕੁਐਂਸ 'ਚ ਤੇ ਤੁਸੀਂ ਉੱਤੋਂ ਥੋਰਲੀ ਜੋ ਪੜ੍ਹਦੇ ਆਉਂਗੇ ਤੁਹਾਨੂੰ ਪਤਾ ਲੱਗ ਜਾਊਗਾ ਤੁਹਾਡਾ ਕੀ ਚੀਜ਼ ਆ ਗਈ ਆ ਤਾਂ ਤੁਹਾਡੀ ਈਜ਼ਲੀ ਆਰਾਮ ਨਾਲ ਸਾਰੀ ਸੋਲਵ ਹੁੰਦੀ ਜਾਊਗੀ। ਅਗਰ ਤੁਸੀਂ ਪਹਿਲਾਂ ਬਲੈਂਕਸ ਅਪਰੋਚ ਕਰੋਗੇ ਫਿਰ ਤੁਹਾਨੂੰ ਇਹ ਨਹੀਂ ਪਤਾ ਲੱਗਣਾ ਕਿ ਤੁਹਾਡੇ ਜਿਹੜਾ MCQs ਉੱਪਰ ਆ ਥੱਲੇ ਆ ਹਨਾ ਤੁਸੀਂ ਇਸ ਕਨਫਿਊਜ਼ਨ 'ਚ ਰਹੋਗੇ। ਤੁਹਾਡੇ ਤੋਂ ਇਨਕੰਪਲੀਟ ਇਨਫੋਰਮੇਸ਼ਨ ਹੋਣੀ ਆ ਪੈਸੇਜ ਦੇ ਬਾਰੇ। ਅਗਰ ਤੁਸੀਂ ਉੱਪਰੋਂ ਥੋਰਲੀ ਪੜ੍ਹੋਗੇ ਤੁਹਾਨੂੰ ਪਤਾ ਹੋਊਗਾ ਕਿ ਵਿੱਚ ਕੀ ਹੈ ਤੇ ਕਿੱਥੋਂ ਕੀ ਚੀਜ਼। ਅੱਛਾ ਲਾਸਟ ਥਿੰਗ ਸਟੋਰੀ ਕ੍ਰੀਏਟ ਕਰ ਪਾਈ ਸੀ ਜਿੱਦਾਂ ਕੁਐਸਚਨ ਸੀਗੇ ਜੋ ਐਡਵਾਈਸ ਕੀਤਾ ਸੀ। ਸਰ ਐਕਚੁਅਲੀ ਨਾ ਮੈਂ ਫਸਟ ਪੈਸੇਜ 'ਚ ਸੀਗਾ ਕਿਉਂਕਿ ਮੇਰਾ ਮਾਈਂਡ ਉਸ ਟਾਈਮ ਫਰੈਸ਼ ਸੀਗਾ। ਜੋ ਮੈਂ ਪਹਿਲਾ ਪੈਸੇਜ ਕਰ ਲਿਆ ਉਸ ਤੋਂ ਬਾਅਦ ਥੋੜਾ ਮੈਂ ਫੈਡਅਪ ਜੀ ਹੋ ਗਈ ਤੇ ਦੂਸਰਾ ਥੋੜਾ ਪੈਸੇਜ ਦੀ ਸੀ ਚੱਲਾ ਜਾਂਦਾ ਇੰਨਾ ਮੇਰਾ ਉਹ ਨਹੀਂ ਬਣਦਾ ਸੀ ਉਹਦੇ ਨਾਲ ਤੇ ਫਿਰ ਉਸ ਟਾਈਮ ਦੀ ਸਟੋਰੀ ਮੇਰੀ ਜਨਰੇਟ ਹੋਈ ਬਟ ਮੈਂ ਉਹਦਾ ਮਤਲਬ ਕਰ ਲਿਆ ਉਹ ਵੀ। ਤੇ ਥਰਡ ਪੈਸੇਜ ਦੇ ਵਿੱਚ ਮੈਂ ਥੱਕ ਗਈ ਸੀ ਕਿ ਮੈਨੂੰ ਫਿਰ ਮੈਂ ਇਹੀ ਕੀਤਾ ਉਹ ਕੀ ਪੁਆਇੰਟ ਹੀ ਚੱਕੇ ਉਹਦੇ ਅਕੋਰਡਿੰਗ ਹੀ ਦਿੱਤਾ ਕਿਉਂਕਿ ਮੈਨੂੰ ਪਤਾ ਸੀ ਮੇਰੇ ਤੋਂ ਟਾਈਮ ਨਹੀਂ ਹੈਗਾ ਨਾ ਮੈਂ ਤੋਂ ਕੰਪਲੀਟ ਪੈਸੇਜ ਪੜ੍ਹ ਹੋਣਾ ਤੇ ਫਿਰ ਕੀ ਪੁਆਇੰਟ ਦੇ ਅਕੋਰਡਿੰਗ ਮੈਂ ਕੀਵਰਡ ਦੇਖੇ ਤੇ ਫਿਰ ਮੈਂ ਉਹਦੇ ਕਹਿੰਦੇ ਪਹੁੰਚੀ ਕਿ ਕਿਤੇ ਕੀਵਰਡ ਹੋਣਾ ਔਰ ਫੇਮਸ ਸਿਕਸ ਮਿੰਟ ਚਲੋ ਕਿਰਨ ਵਿਸ਼ ਯੂ ਵੈਰੀ ਗੁੱਡ ਲੱਕ ਫॉर योर फ्यूचर। ਰੱਬ ਕਰੇ ਬਹੁਤ ਅੱਗੇ ਜਾਵੇਂ ਤੂੰ ਕਹਿਣਾ ਜਾ ਕੇ ਸਾਨੂੰ ਭੁੱਲੇ ਨਾ ਠੀਕ ਹੈ ਜੀ। ਹੁਣ ਮੈਂ ਥਰਡ ਨੰਬਰ ਤੇ ਆਣਾ ਵਾ ਠੀਕ ਹੈ। ਮੈਂ ਯਾਦ ਕਰਦਾ ਰਹਿਣਾ ਠੀਕ ਹੈ। ਨੰਬਰ 3 ਠੀਕ ਹੈ। नहीं अगर तो लास्ट भी देता हूँ नंबर ठीक है। We all are very grateful कि you managed to सुन ला ਤੁਸੀਂ ਤੁਹਾਨੂੰ ਸਕਸੈਸ ਮਿਲ ਗਈ। ਹੁਣ ਵਿਆਹ ਕਰਾਓ ਠੀਕ ਹੈ। ਹੁਣ ਬॉयफ्रेंड ਬਣਾਓ ਹੁਣ ਕੈਨੇਡਾ ਦਾ ਵੀਜ਼ਾ ਲਗਵਾਓ ਜੋ ਮਰਜ਼ੀ ਕਰੋ। नहीं बहुत बढ़िया है किरण। We all are very happy. It's not only my effort, I would say it's all because of team effort. ਜਦੋਂ ਮੈਂ ਕੋਈ ਚੀਜ਼ ਸਿਖਾਤੀ ਮੇਰੇ ਵਰਗੇ ਨੇ ਉੱਥੇ ਬਹਿ ਜਾਣਾ ਸਪੀਕਿੰਗ ਲੈਣ ਆਪਣਾ they are the one who actually carry those things। और सब तो बढ़िया गल मेरी टीम ਦੀ ਰਹੀ ਆ ਚਾਹੇ ਇੰਦਰ ਆ ਚਾਹੇ ਮੈਮ ਆ ਚਾਹੇ ਸ਼ਵੇਤਾ ਵਾ ਚਾਹੇ ਗੋਬਿੰਦ ਆ they all follow ਜੋ ਚਾਹੀਦਾ ਵਾ ਕਰਵਾਉਣਾ ਠੀਕ ਹੈ। ਉਹ ਕੁਝ ਵੀ ਇਦਾਂ ਦਾ ਫੋਲੋ ਨਹੀਂ ਕਰਦੇ ਪਏ ਕਿ ਹਾਂ ਬਈ ਜਿਹੜਾ ਨਹੀਂ ਐਕਚੁਅਲੀ ਕਰਵਾਉਣਾ ਚਾਹੀਦਾ ਐਂਡ ਦੇ ਡੂ ਫੀਲ ਪਰਸਨਲੀ ਕਿਉਂਕਿ ਇਹਨਾਂ ਨੂੰ ਵੀ ਹੁਣ ਪੜ੍ਹਾਉਂਦੇ ਨੂੰ ਹੋ ਗਿਆ ਟਾਈਮ ਕਾਫੀ। ਇਹਨਾਂ ਨੂੰ ਵੀ ਪਤਾ ਕਿ ਇਹ ਚੀਜ਼ ਅਸੀਂ ਕਿਤੇ ਦੇਖਦੇ ਹਾਂ ਤਾਂ ਅਪਲਾਈ ਹੁੰਦੀ ਪਈ ਆ ਜੋ ਅਸੀਂ ਸਿੱਖਿਆ ਸੀ ਇੱਥੇ। ਤਾਂ ਲੈਟਸ ਕਲੈਪ ਫॉर ਮਾਈ ਟੀਮ। ठीक है स्टे इन टच। बाकी फोन का आइडिया वा 15 तक 7 तक आ जाना जब तक सेटल होना ठीक है। एड्रेस याद रखिए। आई के कल कहनी सी है जो मैं टीआर बताऊंगी मेरा फ्रेंड ना आ गया हां वो बने होगा ठीक है। थैंक यू।